ਹੈਲੋ एवरीवन वेलकम बैक टू वंस अगेन। ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ ਪੰਜਾਬੀ ਪੈਡਾਗੋਜੀ ਦਾ ਨੈਕਸਟ ਟੌਪਿਕ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੈਗਾ ਕਿਉਂਕਿ ਰੀਡਿੰਗ ਸਕਿੱਲਸ ਦੇ ਵਿੱਚੋਂ ਵੀ ਇੱਕ ਦੋ ਕੁਐਸਚਨ ਜਿਹੜੇ ਕਿ ਐਗਜ਼ਾਮ ਦੇ ਵਿੱਚ ਆਏ ਹੋਏ ਆ। ਮੈਂ ਪ੍ਰੀਵੀਅਸ ਈਅਰ ਪੇਪਰ ਜਿਹੜੇ ਪੀਐਸ ਟੈਟ ਦੇ ਚੈੱਕ ਕੀਤੇ ਸੀ ਜਿਹਦੇ ਵਿੱਚ ਇਸ ਟੌਪਿਕ ਦੇ ਵਿੱਚੋਂ ਇੱਕ ਦੋ ਕੁਐਸਚਨ ਜਿਹੜੇ ਕਿ ਆਏ ਹੋਏ ਆ ਪੰਜਾਬੀ ਦੀ ਪੈਡਾਗੋਜੀ ਲਈ। ਤਾਂ ਇਸ ਲਈ ਇਹ ਟੌਪਿਕ ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਹੈਗਾ। ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਹੁਣ ਤੱਕ ਦੇ ਜਿੰਨੇ ਵੀ ਪੁਰਾਣੇ ਸਟੂਡੈਂਟ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜਿਹੜੇ ਨਿਊ ਸਟੂਡੈਂਟਸ ਵੀਡੀਓ ਵਾਚ ਕਰ ਰਹੇ ਹੋ ਵੀ ਪਲੀਜ਼ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਇਸ ਦੇ ਰਿਲੇਟਡ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮਿਲਦਾ ਰਹੇ। ਤਾਂ ਚਲਿਏ ਡਿਸਕਸ ਕਰਦੇ ਹੈਗੇ ਆ ਟੌਪਿਕ ਦੇ ਵਿੱਚ। ਤੁਸੀਂ ਜਦੋਂ ਦੇਖੋਗੇ ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਤਾਂ ਉਹਦੇ ਵਿੱਚ ਕਈ ਕੁਐਸਚਨਾਂ ਦੇ ਵਿੱਚ ਇੱਕ ਵਾਚਨ ਵਰਡ ਯੂਜ਼ ਕੀਤਾ ਗਿਆ, ਠੀਕ ਹੈ। ਕਾਫੀ ਸਾਰੇ ਸਟੂਡੈਂਟਸ ਨੂੰ ਜਿਹੜਾ ਕੀ ਆ ਇਹ ਮੀਨਿੰਗ ਨਹੀਂ ਕਲੀਅਰ ਹੁੰਦੇ ਕਿ ਵਾਚਨ ਕੀ ਹੈ ਕਿਉਂਕਿ ਪਿਓਰ ਪੰਜਾਬੀ ਦੇ ਵਿੱਚ ਕਈ ਵਾਰ ਟੌਪਿਕ ਦੇ ਰਿਲੇਟਡ ਜਿਹੜੇ ਕੀ ਆ ਕੁਐਸਚਨ ਦਿੱਤੇ ਹੁੰਦੇ ਆ ਪੇਪਰ ਦੇ ਵਿੱਚ ਤਾਂ ਸਾਨੂੰ ਕਾਫੀ ਸਾਰੇ ਜਿਹੜੇ ਕੀ ਆ ਪੰਜਾਬੀ ਦੇ ਵਰਡ ਤੋਂ ਮੀਨਿੰਗ ਕਲੀਅਰ ਨਹੀਂ ਹੁੰਦੇ ਕਿ ਕੁਐਸਚਨ ਦੇ ਵਿੱਚ ਪੁੱਛਿਆ ਕੀ ਗਿਆ। ਜੇਕਰ ਮੈਂ ਇੱਥੇ ਗੱਲ ਕਰਾਂ ਤਾਂ ਵਾਚਨ ਦਾ ਇੱਥੇ ਮਤਲਬ ਕੀ ਹੈ, ਰੀਡਿੰਗ ਕਿਹਾ ਗਿਆ, ਠੀਕ ਹੈ। ਪੰਜਾਬੀ ਦੇ ਵਿੱਚ ਰੀਡਿੰਗ ਨੂੰ ਜਿਹੜਾ ਕਿ ਵਾਚਨ ਕਿਹਾ ਗਿਆ, ਇਹਨੂੰ ਪੜ੍ਹਨ ਵੀ ਕਿਹਾ ਗਿਆ, ਠੀਕ ਹੈ। ਤੇ ਇੰਗਲਿਸ਼ ਦੇ ਵਿੱਚ ਇਹਨੂੰ ਰੀਡਿੰਗ ਕਿਹਾ ਗਿਆ। ਤਾਂ ਅੱਜ ਦਾ ਆਪਣਾ ਟੌਪਿਕ ਹੈਗਾ ਜੀ ਟੀਚਿੰਗ ਆਫ ਰੀਡਿੰਗ ਯਾਨੀ ਕਿ ਵਾਚਨ ਪੜ੍ਹਨ ਕੌਸ਼ਲ ਦੀ ਸਿੱਖਿਆ। ਜੇਕਰ ਪੰਜਾਬੀ 'ਚ ਗੱਲ ਕਰੀਏ ਤਾਂ ਉੱਥੇ ਜ਼ਰੂਰੀ ਨਹੀਂ ਹੈ ਕਿ ਕੋਈ ਵਰਡ ਵਾਚਨ ਹੀ ਪਾਇਆ ਜਾਊਗਾ। ਜੇਕਰ ਪੜ੍ਹਨ ਦੇ ਰਿਲੇਟਡ ਵੀ ਕੋਈ ਕੁਐਸਚਨ ਪੁੱਛਿਆ ਗਿਆ ਤਾਂ ਉਹ ਰੀਡਿੰਗ ਨਾਲ ਸੰਬੰਧਿਤ ਹੀ ਟੌਪਿਕ ਹੋਊਗਾ। ਤਾਂ ਜਦੋਂ ਤੁਸੀਂ ਇਹ ਟੌਪਿਕ ਨੂੰ ਪੂਰਾ ਤਰ੍ਹਾਂ ਕਨਸੈਪਟ ਕਲੀਅਰ ਕਰ ਲਓਗੇ ਕਿ ਰੀਡਿੰਗ ਦਾ ਮਤਲਬ ਕੀ ਹੈ ਯਾਨੀ ਕਿ ਵਾਚਨ ਦਾ ਮਤਲਬ ਕੀ ਹੈ ਜਾਂ ਪੜ੍ਹਨ ਦੀ ਮਤਲਬ ਕੀ ਹੈ, ਐਜੂਕੇਸ਼ਨ ਦੇ ਵਿੱਚ ਇਹਦੀ ਨੀਡ ਤੇ ਇੰਪੋਰਟੈਂਸ ਕਿਉਂ ਹੈਗੀ ਹੈ, ਠੀਕ ਹੈ। ਕਿਵੇਂ ਅਧਿਆਪਕ ਨੂੰ ਜਿਹੜਾ ਕਿ ਇਸ ਤੋਂ ਹੈਲਪ ਮਿਲਦੀ ਹੈ ਜਾਂ ਬੱਚਿਆਂ ਨੂੰ ਅਸੀਂ ਕਿਸ ਤਰੀਕੇ ਨਾਲ ਰੀਡਿੰਗ ਕਰਵਾਉਣੀ ਹੈਗੀ ਆ, ਠੀਕ ਹੈ। ਤਾਂ ਉਹ ਸਾਰਾ ਕਨਸੈਪਟ ਜੋ ਤੁਹਾਨੂੰ ਕਲੀਅਰ ਹੋਊਗਾ ਤਾਂ ਕੁਐਸਚਨ ਵਿੱਚ ਜਿਹੜੇ ਐਗਜ਼ਾਮ ਦੇ ਵਿੱਚ ਆਉਣਗੇ ਉਹ ਤੁਹਾਨੂੰ ਈਜ਼ੀਲੀ ਸਮਝ ਆ ਜਾਣਗੇ, ਠੀਕ ਹੈ। ਤਾਂ ਚਲਿਏ ਡਿਸਕਸ ਕਰਦੇ ਹੈਗੇ ਆ। ਸਭ ਤੋਂ ਪਹਿਲਾਂ ਹੈਗਾ ਜੀ ਵਾਚਨ ਦਾ ਅਰਥ ਯਾਨੀ ਕਿ ਮੀਨਿੰਗ ਆਫ ਰੀਡਿੰਗ, ਠੀਕ ਹੈ। ਕੀ ਆ ਮੀਨਿੰਗ ਆਫ ਰੀਡਿੰਗ ਪੰਜਾਬੀ ਦੇ ਵਿੱਚ ਜੇਕਰ ਦੇਖੀਏ ਤਾਂ ਪੜ੍ਹਨ ਵਾਚਨ ਉਦੋਂ ਬਣਦਾ ਹੈ। ਦੇਖੋ ਇੱਥੇ ਪੜ੍ਹਨਾ ਵੀ ਹੈ ਤੇ ਵਾਚਨ ਵੀ ਹੈ, ਦੋਵੇਂ ਵਰਡ ਦਿੱਤੇ ਗਏ ਆ ਇਸ ਲਈ ਕੰਫਿਊਜ਼ ਨਹੀਂ ਹੋਣਾ। ਮੀਨਿੰਗ ਇਹਦਾ ਕੀ ਹੈ, ਰੀਡਿੰਗ ਹੀ ਹੈ। ਜਦੋਂ ਲਿਪੀ ਨੂੰ ਪੜ੍ਹਨ ਦੇ ਨਾਲ ਉਸਦੇ ਅਰਥਾਂ ਦੇ ਭਾਵ ਦਾ ਬੋਧ ਵੀ ਹੋਵੇ। ਕਹਿਣ ਦਾ ਭਾਵ ਕੀ ਹੈ ਇਹਦੇ ਵਿੱਚ ਕਿ ਮੀਨਿੰਗ ਆਫ ਰੀਡਿੰਗ ਉਹਨੂੰ ਕਿਹਾ ਜਾਂਦਾ ਹੈ, ਇਹ ਉਦੋਂ ਬਣਦਾ ਹੈ ਕਿ ਜਦੋਂ ਤੁਸੀਂ ਪੜ੍ਹਨ ਦੇ ਨਾਲ ਉਹਨਾਂ ਦੇ ਅਰਥਾਂ ਤੇ ਭਾਵ ਦਾ ਬੋਧ ਵੀ ਕਰਦੇ ਹੋ, ਠੀਕ ਹੈ। ਇਹ ਨਹੀਂ ਕਿ ਤੁਸੀਂ ਇੱਕ ਬੁੱਕ ਲੈ ਲਈ ਉਹਦੇ ਵਿੱਚ ਕਿਸੇ ਚੀਜ਼ ਨੂੰ ਰੀਡ ਕਰ ਰਹੇ ਹੋ। ਐਵੇਂ ਰੀਡ ਕਰਨ ਦਾ ਮਤਲਬ ਤੁਹਾਡੀ ਰੀਡਿੰਗ ਨਹੀਂ ਹੋਗੀ ਜਿੰਨਾ ਚਿਰ ਤੁਹਾਨੂੰ ਉਸ ਚੀਜ਼ਾਂ ਦਾ ਅਰਥ ਦਾ ਮਤਲਬ ਨਹੀਂ ਪਤਾ ਹੈਗਾ, ਠੀਕ ਹੈ। ਉਹਨਾਂ ਦੇ ਅਰਥ ਨਹੀਂ ਪਤਾ, ਤੁਹਾਨੂੰ ਉਸ ਚੀਜ਼ ਦੀ ਪੂਰੀ ਸਮਝ ਨਹੀਂ ਆ ਰਹੀ ਜੋ ਚੀਜ਼ ਤੁਸੀਂ ਪੜ੍ਹ ਰਹੇ ਹੋ, ਠੀਕ ਹੈ। ਤਾਂ ਇੱਥੋਂ ਤੁਹਾਨੂੰ ਹੁਣ ਕਲੀਅਰ ਹੋ ਚੁੱਕਿਆ ਹੋਊਗਾ ਕਿ ਵਾਚਨ ਦਾ ਅਰਥ ਕੀ ਹੈ ਯਾਨੀ ਕਿ ਮੀਨਿੰਗ ਆਫ ਰੀਡਿੰਗ ਕੀ ਹੈ। ਨੈਕਸਟ ਜੇਕਰ ਗੱਲ ਕਰੀਏ ਤਾਂ ਇਸ ਨੂੰ ਮੈਕੈਨਿਜ਼ਮ ਆਫ ਰੀਡਿੰਗ ਵੀ ਕਿਹਾ ਜਾਂਦਾ ਹੈ ਯਾਨੀ ਕਿ ਵਾਚਨ ਪ੍ਰਕਿਰਿਆ। ਕਿਸ ਤਰੀਕੇ ਦੀ ਹੁੰਦੀ ਹੈ, ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇਹ ਇੰਪੋਰਟੈਂਟ ਹੈਗਾ। ਜਿਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਜੀ ਵਾਚਨ ਮੁਦਰਾ ਯਾਨੀ ਕਿ ਪੋਸਚਰ ਐਂਡ ਜੈਸਟਰ, ਠੀਕ ਹੈ। ਪੋਸਚਰ ਐਂਡ ਜੈਸਟਰ ਇਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ। ਉੱਥੇ ਤੁਹਾਨੂੰ ਇੰਗਲਿਸ਼ ਦੇ ਵਰਡ ਨਹੀਂ ਮਿਲਣਗੇ, ਠੀਕ ਹੈ। ਪੰਜਾਬੀ ਦੇ ਵਿੱਚ ਹੀ ਤੁਹਾਨੂੰ ਇਹ ਲਿਖਿਆ ਹੋਊਗਾ ਵਾਚਨ ਮੁਦਰਾ, ਬਟ ਇੰਗਲਿਸ਼ ਦੇ ਵਰਡ ਮੈਂ ਇਸ ਲਈ ਤੁਹਾਨੂੰ ਦੱਸ ਰਹੀ ਹਾਂ ਤਾਂ ਕਿ ਤੁਹਾਨੂੰ ਇਸ ਚੀਜ਼ ਤੋਂ ਹੈਲਪ ਮਿਲ ਸਕੇ ਕਿ ਮਾਈਂਡ ਦੇ ਵਿੱਚ ਇੱਕ ਚੀਜ਼ ਆਪਣੇ ਯਾਦ ਹੋ ਜਾਊਗੀ ਇੰਗਲਿਸ਼ ਦੇ ਕਈ ਸਾਰੇ ਮੀਨਿੰਗ ਦੇ ਨਾਲ। ਤਾਂ ਨੈਕਸਟ ਜਿਹੜਾ ਹੈਗਾ ਜੀ ਉਹ ਹੈਗਾ ਜੀ ਵਾਚਨ ਸ਼ੈਲੀ ਜਿਹਨੂੰ ਕਹਿੰਦੇ ਰੀਡਿੰਗ ਸਟਾਈਲ। ਦੇਖੋ ਹੁਣ ਪੰਜਾਬੀ ਦੇ ਵਿੱਚ ਇੱਥੇ ਵਾਚਨ ਸ਼ੈਲੀ ਲਿਖਿਆ ਹੋਇਆ ਤਾਂ ਇਹ ਵੀ ਹੁਣ ਕਾਫੀ ਸਾਰੇ ਸਟੂਡੈਂਟਸ ਨੂੰ ਇਹ ਨਹੀਂ ਪਤਾ ਕਿ ਰੀਡਿੰਗ ਸਟਾਈਲ ਨੂੰ ਇੰਗਲਿਸ਼ ਦੇ ਵਿੱਚ ਵਾਚਨ ਸ਼ੈਲੀ ਕਿਹਾ ਜਾਂਦਾ, ਠੀਕ ਹੈ। ਤਾਂ ਮੇਰੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਜਿੰਨੇ ਵੀ ਆਪਾਂ ਟੌਪਿਕ ਡਿਸਕਸ ਕਰਾਂਗੇ ਨਾਲ ਦੀ ਨਾਲ ਮੈਂ ਤੁਹਾਨੂੰ ਇੰਗਲਿਸ਼ ਦੇ ਵਰਡ ਦੱਸੂਗੀ ਕਿਉਂਕਿ ਇੰਗਲਿਸ਼ ਦੇ ਵਰਡਸ ਤੋਂ ਜਿਹੜਾ ਕੀ ਹੈ ਈਜ਼ੀ ਹੋ ਜਾਂਦਾ ਕਿਸੇ ਚੀਜ਼ ਨੂੰ ਕਲੀਅਰ ਕਰਨ ਲਈ ਤੇ ਉਹਦਾ ਚੀਜ਼ ਦਾ ਕਨਸੈਪਟ ਯਾਦ ਕਰਨ ਲਈ। ਹੁਣ ਤੁਹਾਨੂੰ ਇਹ ਦੋਵੇਂ ਚੀਜ਼ਾਂ ਕਲੀਅਰ ਹੋ ਚੁੱਕੀਆਂ ਹੈਗੀਆਂ ਕਿ ਵਾਚਨ ਮੁਦਰਾ ਨੂੰ ਇੰਗਲਿਸ਼ 'ਚ ਕਹਿੰਦੇ ਪੋਸਚਰ ਐਂਡ ਜੈਸਟਰ ਐਂਡ ਵਾਚਨ ਸ਼ੈਲੀ ਨੂੰ ਕਹਿੰਦੇ ਆ ਜੀ ਰੀਡਿੰਗ ਸਟਾਈਲ, ਠੀਕ ਹੈ। ਤਾਂ ਇਹਦੇ ਰਿਗਾਰਡਿੰਗ ਜਦੋਂ ਵੀ ਕੋਈ ਐਗਜ਼ਾਮ ਦੇ ਵਿੱਚ ਕੁਐਸਚਨ ਆਊਗਾ ਤਾਂ ਤੁਹਾਨੂੰ ਈਜ਼ੀਲੀ ਜਿਹੜਾ ਕੀ ਆ ਪਤਾ ਲੱਗ ਜਾਊਗਾ ਕਿ ਕੀ ਪੁੱਛਿਆ ਗਿਆ। ਜੇਕਰ ਹੁਣ ਆਪਾਂ ਇਹਨਾਂ ਦੇ ਬਾਰੇ ਡਿਟੇਲ 'ਚ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਜੀ ਪੋਸਚਰ ਐਂਡ ਜੈਸਚਰ ਕੀ ਹੁੰਦਾ, ਠੀਕ ਹੈ। ਤਾਂ ਵਾਚਨ ਮੁਦਰਾ ਦੇ ਅੰਤਰਗਤ, ਠੀਕ ਹੈ, ਪੜ੍ਹਦੇ ਨੇਤਰ ਤੇ ਹੋਰ ਅੰਗਾਂ ਦਾ ਸੰਚਾਲਨ, ਉਪਯੁਕਤ ਮੁਦਰਾ ਵਿੱਚ ਬੈਠਣਾ ਜਾਂ ਖੜੇ ਹੋਣਾ ਤੇ ਪੁਸਤਕ ਨੂੰ ਫੜਨ ਦਾ ਸਹੀ ਢੰਗ ਉੱਤੇ ਵਿਚਾਰ ਕੀਤਾ ਜਾਂਦਾ ਹੈ। ਯਾਨੀ ਕਿ ਵਾਚਨ ਮੁਦਰਾ ਕੀ ਹੈ, ਕਿਸ ਤਰੀਕੇ ਨਾਲ ਤੁਸੀਂ ਬੈਠਣਾ, ਤੁਹਾਡੀ ਸਿਟਿੰਗ ਕਿਸ ਤਰੀਕੇ ਨਾਲ, ਤੁਸੀਂ ਉਸ ਚੀਜ਼ ਨੂੰ ਕਿਵੇਂ ਪੜ੍ਹਨਾ, ਠੀਕ ਹੈ। ਤੁਸੀਂ ਕਿਸ ਤਰੀਕੇ ਨਾਲ ਆਪਣੀ ਫਿਜ਼ੀਕਲ ਬੋਡੀ ਦੀ ਜਿਹੜੀ ਮੂਵਮੈਂਟ ਆ ਕਿਵੇਂ ਕਰ ਰਹੇ ਹੋ, ਠੀਕ ਹੈ। ਉਪਯੁਕਤ, ਠੀਕ ਹੈ, ਮੁਦਰਾ ਵਿੱਚ ਬੈਠਣਾ
किस तरीके नाल तुहाडा बैठण दा स्टाइल है। ताइयों इंग्लिश दे विच इहनूं पोस्चर कहा गया है ना, कि उस तरीके नाल बैठ के रीडिंग तुसीं किवें करनी है, खड़े होना ਜਾਂ पुस्तक ਨੂੰ ਫੜਨ ਦਾ ਸਹੀ ਢੰਗ ਉੱਤੇ ਵਿਚਾਰ ਕਰਨਾ, ਕਿਸ ਤਰੀਕੇ ਨਾਲ ਤੁਹਾਡੀ ਬੁੱਕ ਫੜੀ ਹੋਈ ਹੈ, ਤੁਸੀਂ ਕਿਸ ਤਰੀਕੇ ਨਾਲ ਆਪਣੇ ਹੈਂਡਸ ਦੇ ਨਾਲ ਹੈ ਨਾ ਕੋਈ ਚੀਜ਼ ਨੂੰ ਅੰਡਰਲਾਈਨ ਕਰ ਰਹੇ ਹੋ, ਉਹ ਸਾਰੀ ਚੀਜ਼ ਤਾਂ ਉਹ ਇਹਦੇ ਵਿੱਚ ਇੰਪੋਰਟੈਂਟ ਹੈਗੀ ਆ। ਕਿਉਂਕਿ ਜੇਕਰ ਇਹ ਚੀਜ਼ ਆਉਂਦੀ ਹੋਊਗੀ ਤਾਂ ਹੀ ਤੁਸੀਂ ਰੀਡਿੰਗ ਜਿਹੜੀ ਕਿ ਸਹੀ ਤਰੀਕੇ ਨਾਲ ਕਰ ਪਾਓਗੇ। ਰੀਡਿੰਗ ਦਾ ਮਤਲਬ ਇਹ ਨਹੀਂ ਹੈਗਾ ਕਿ ਕਿਤੇ ਵੀ ਬੁੱਕ ਚੱਕ ਕੇ ਤੁਸੀਂ ਬੈਠ ਗਏ ਜਾਂ ਕਰ ਲਈ, ਨਹੀਂ, ਉਸ ਚੀਜ਼ ਲਈ ਵੀ ਢੰਗ ਸਹੀ ਤਰੀਕਾ ਹੋਣਾ ਚਾਹੀਦਾ ਬੈਠਣ ਲਈ, ਠੀਕ ਹੈ। ਨੈਕਸਟ ਹੈਗਾ ਜੀ ਵਾਚਨ ਸ਼ੈਲੀ, ਜਿਹਨੂੰ ਕਹਿੰਦੇ ਆ ਰੀਡਿੰਗ ਸਟਾਈਲ, ਠੀਕ ਹੈ। ਇਹਦੇ ਵਿੱਚ ਕੀ ਹੈ, ਰੀਡਿੰਗ ਸਟਾਈਲ ਦੇ ਵਿੱਚ 4 ਚੀਜ਼ ਇੰਪੋਰਟੈਂਟ ਹੈਗੀਆਂ। ਸਭ ਤੋਂ ਪਹਿਲਾਂ ਹੈਗਾ ਜੀ ਸ਼ਬਦ ਉਚਾਰਨਾ, ਕਿ ਤੁਸੀਂ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਪ੍ਰੋਨਾਊਂਸ ਕਰਦੇ ਹੋ, ਠੀਕ ਹੈ। ਸੈਕਿੰਡ ਹੈਗਾ ਹਰੇਕ ਸ਼ਬਦ ਨੂੰ ਦੂਸਰੇ ਸ਼ਬਦਾਂ ਤੋਂ ਵੱਖਰਾ ਕਰਕੇ ਉਚਿਤ ਬਲ ਤੇ ਵਿਰਾਮ ਨਾਲ ਪੜ੍ਹਨਾ, ਯਾਨੀ ਕਿ ਕਿਸੇ ਚੀਜ਼ ਦੇ ਉੱਪਰ ਤੁਸੀਂ ਸਟ੍ਰੈਸ ਦੇਣੀ ਆ, किस चीज़ के उपर तुसी पोज लगाना, वो सारिया चीज़ां दूसरे शब्दों को किवें वखरा करना, उस चीज़ का ध्यान रखना। थर्ड हैगा जी लै प्रवाह ते गति, तुहाडी स्पीड कितनी होनी चाहिए है, किसी चीज़ नूं तुसी कितनी लै नाल बोल रहे हो, ठीक है, कितनी तुहाडी स्पीड है, वो सारी चीज़ ये काउंट होगी। और फोर्थ पॉइंट हैगा जी उतार चढ़ाव भावां अनुसार धुनियां दा उतार चढ़ाव करना, भी तुहाडी की है कि धुनियां नूं तुसी किस हिसाब नाल करदे आ, कि ਉਹਨੂੰ ਕਿੰਨੀ ਹਾਈ ਬੋਲਣਾ ਵੋਲੀਅਮ ਨਾਲ ਤੇ ਕਿੰਨਾ ਤੁਸੀਂ ਉਸ ਚੀਜ਼ ਨੂੰ ਲੋ ਹੋ ਕੇ ਬੋਲਣਾ, ਉਹ ਸਾਰੀ ਚੀਜ਼ ਜਿਹੜੀ ਕਿ ਮੈਟਰ ਕਰਦੀ ਹੈ ਰੀਡਿੰਗ ਦੇ ਵਿੱਚ, ਠੀਕ ਹੈ। ਤਾਂ ਇੰਨਾ ਆਪਾਂ ਜਿਹੜਾ ਕਿ ਡਿਸਕਸ ਕੀਤਾ ਕਿ ਮੀਨਿੰਗ ਆਫ ਰੀਡਿੰਗ ਤੁਹਾਨੂੰ ਕਲੀਅਰ ਹੋ ਗਿਆ, ਤੇ ਇਹ ਵੀ ਟਾਈਪਸ ਤੁਹਾਨੂੰ ਕਲੀਅਰ ਹੋ ਗਈਆਂ ਕਿ ਜਿਹੜੀਆਂ ਕਿ 2 ਤਰੀਕੇ ਦੀਆਂ ਹੁੰਦੀਆਂ ਰੀਡਿੰਗ। ਇਸ ਤੋਂ ਬਾਅਦ ਜਿਹੜਾ ਕਿ ਆਪਾਂ ਹੋਰ ਇਹਦੇ ਬਾਰੇ ਡਿਟੇਲ 'ਚ ਅੱਗੇ ਡਿਸਕਸ ਕਰਦੇ ਹਾਂ। ਨੈਕਸਟ ਆ ਗਿਆ ਜੀ, ਉਹ ਹੈਗਾ ਨੀਡ ਐਂਡ ਇੰਪੋਰਟੈਂਸ ऑफ रीडिंग, यानी कि वाचन की लोड़ ते महत्ता, ठीक है, क्यों इस चीज़ की जरूरत हैगी है, हुण उहदे बारे आपां डिस्कस करांगे। तो फर्स्ट पॉइंट हैगा जी सिक्ख्या प्राप्ति विच सहायक, ठीक है। सारे विषयां दी सिक्ख्या विच वाचन जरूरी है। हरेक विषय की पाठ पुस्तक ਦੇ ਵਾਚਨ ਤੋਂ ਹੀ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਹਨ ਅਤੇ ਪ੍ਰੀਖਿਆਵਾਂ ਯਾਨੀ ਕਿ ਐਗਜ਼ਾਮ ਲਈ ਤਿਆਰ ਹੁੰਦੇ ਹਨ। ਇਸ ਲਈ ਸਿੱਖਿਆ ਦੇ ਖੇਤਰ ਵਿੱਚ ਵਾਚਨ ਜਿਹੜਾ ਕੀ ਆ ਜ਼ਰੂਰੀ ਹੈ। ਤਾਂ ਜੇਕਰ ਆਪਾਂ ਇਹਦੀ ਗੱਲ ਕਰੀਏ ਤਾਂ ਰੀਡਿੰਗ ਜਿਹੜੀ ਕੀ ਆ ਇਹਦੀ ਜੇਕਰ ਕਿਸੇ ਬੱਚੇ ਨੂੰ ਐਜੂਕੇਸ਼ਨ ਦੇ ਵਿੱਚ ਇੰਪੋਰਟੈਂਟ ਕੀ ਹੈ ਕਿ ਸਿੱਖਿਆ ਪ੍ਰਾਪਤੀ ਵਿੱਚ ਇਹ ਜਿਹੜੀ ਕਿ ਹੈਲਪ ਕਰਦੀ ਹੈ, ਠੀਕ ਹੈ। ਜਦੋਂ ਤੁਸੀਂ ਐਜੂਕੇਟ ਹੋ ਜਾਂਦੇ ਹੋ ਜਾਂ ਤੁਹਾਨੂੰ ਕਿਸੇ ਚੀਜ਼ ਦੀ ਸਮਝ ਆਉਣ ਲੱਗ ਜਾਂਦੀ ਹੈਗੀ ਆ, ਤੁਸੀਂ ਕਿਸੇ ਵੀ ਚੀਜ਼ ਨੂੰ ਜਿਹੜਾ ਕਿ ਰੀਡ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਜਿਹੜੀ ਕੀ ਹੈ ਨੌਲੇਜ ਹੋ ਚੁੱਕੀ ਹੈ, ਠੀਕ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਵਿਸ਼ਾ ਨਹੀਂ ਸਾਰੇ ਵਿਸ਼ਿਆਂ ਦੀ ਸਿੱਖਿਆ ਵਿੱਚ ਵਾਚਨ ਜਿਹੜਾ ਜ਼ਰੂਰੀ ਹੋਣਾ ਚਾਹੀਦਾ। ਹਰੇਕ ਟੌਪਿਕ ਦੇ ਵਿੱਚ ਰੀਡਿੰਗ ਜਿਹੜੀ ਕੀ ਆ ਕੰਪਲਸਰੀ ਤੇ ਜ਼ਰੂਰੀ ਹੋਣੀ ਚਾਹੀਦੀ ਹੈ। ਹਰੇਕ ਵਿਸ਼ੇ ਦੀ ਪਾਠ ਪੁਸਤਕ ਦੇ ਵਾਚਨ ਤੋਂ ਹੀ ਵਿਦਿਆਰਥੀ ਜਿਹੜੇ ਕਿ ਸਿੱਖਿਆ ਪ੍ਰਾਪਤ ਕਰ ਸਕਦਾ। ਦੇਖੋ ਕਿਉਂਕਿ ਬੱਚੇ ਜਿਹੜੇ ਕੀ ਹੈ ਕੋਈ ਵੀ ਟੌਪਿਕ ਹੋਵੇ ਕਿਸੇ ਵੀ ਸਬਜੈਕਟ ਦਾ ਹੋਵੇ ਉਹਨੂੰ ਪੜ੍ਹਨਗੇ ਤਾਂ ਹੀ ਉਹਨਾਂ ਨੂੰ ਉਸ ਚੀਜ਼ ਬਾਰੇ ਜਿਹੜੀ ਕੀ ਆ ਨੌਲੇਜ ਹੋਊਗੀ ਤੇ ਉਹ ਫਿਰ ਜਿਹੜੀ ਕੀ ਹੈ ਸਿੱਖਿਆ ਪ੍ਰਾਪਤ ਕਰਦੇ ਆ। ਫਿਰ ਜਦੋਂ ਉਹ ਚੀਜ਼ ਨੂੰ ਜਿਹੜਾ ਕੀ ਹੈ ਯਾਦ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਜਿਹੜੇ ਕਿ ਉਹਨਾਂ ਦੇ ਐਗਜ਼ਾਮ ਲਏ ਜਾਂਦੇ ਆ। ਇਹੀ ਪੈਟਰਨ ਸ਼ੁਰੂ ਤੋਂ ਜਿਹੜਾ ਕਿ ਚੱਲਦਾ ਆ ਰਿਹਾ ਤੇ ਇਹੀ ਸਾਡੇ ਜਿਹੜਾ ਕੀ ਆ ਇੱਕ ਵਾਚਨ ਦਾ ਹਿੱਸਾ ਹੈਗਾ, ਠੀਕ ਹੈ। ਤਾਂ ਇਸ ਲਈ ਸਿੱਖਿਆ ਦੇ ਖੇਤਰ ਵਿੱਚ ਜਿਹੜਾ ਕੀ ਆ ਵਾਚਨ ਜ਼ਰੂਰੀ ਆ। ਇੱਥੋਂ ਤੁਹਾਨੂੰ ਇਹ ਚੀਜ਼ ਕਲੀਅਰ ਹੋ ਚੁੱਕੀ ਹੈਗੀ ਆ ਪੁਆਇੰਟ। ਨੈਕਸਟ ਪੁਆਇੰਟ ਹੈਗਾ ਜੀ ਗਿਆਨ ਪ੍ਰਾਪਤੀ ਦਾ ਸਾਧਨ, ठीक है। ज्ञान प्राप्ति का साधन यानी कि नॉलेज का साधन हैगा। वाचन बिना पुस्तक तो लाभ नहीं उठाया जाता। देखो ये पॉइंट भी मैं तुहानूं क्लीयर करदी है किवें ज्ञान की प्राप्ति का साधन अज दे टाइम दे विच एजुकेशन दे विच की चल रहा हैगा। हर एक व्यक्ति जिहड़ा कि वध तो वध नॉलेज ਜਿਹੜਾ ਕੀ ਆ ਪਾਉਣਾ ਚਾਹੁੰਦਾ ਹੈਗਾ ਕਿ ਅਸੀਂ ਵੱਧ ਤੋਂ ਵੱਧ ਪੜ੍ਹੀਏ ਤੇ ਵੱਧ ਤੋਂ ਵੱਧ ਜਿਹੜੀ ਕੀ ਆ ਨੌਲੇਜ ਲਈਏ। ਜਿਹੜੀ ਉਹ ਨੌਲੇਜ ਲੈ ਰਹੇ ਹੈਗੇ ਆ ਉਹ ਕੀ ਆ ਉਹਨਾਂ ਦੇ ਗਿਆਨ ਦੀ ਪ੍ਰਾਪਤੀ। ਤਾਂ ਉਹ ਨੌਲੇਜ ਕਿੱਥੋਂ ਲੈ ਰਹੇ ਆ ਵੱਧ ਤੋਂ ਵੱਧ ਬੁੱਕਸ ਪੜ੍ਹ ਕੇ, ਠੀਕ ਹੈ, ਔਨਲਾਈਨ ਸਾਈਟਸ ਤੋਂ ਲੈ ਕੇ ਕਿਤੋਂ ਤਾਂ ਉਸ ਚੀਜ਼ ਨੂੰ ਰੀਡ ਕਰਦੇ ਆ ਨਾ। ਨਿਊਜ਼ਪੇਪਰਸ ਹੋ ਗਏ, ਮੈਗਜ਼ੀਨਸ ਹੋ ਗਈਆਂ, ਡੇਲੀ ਦੀਆਂ ਨਿਊਜ਼ਸ ਸੁਣ ਕੇ, ਠੀਕ ਹੈ। ਤਾਂ ਉਹ ਸਾਰੀ ਨੌਲੇਜ ਕੀ ਹੈਗੀ ਆ ਉਹ ਇੱਕ ਤਰ੍ਹਾਂ ਦੀ ਵਾਚਨ ਆ। ਰੀਡਿੰਗ ਨੂੰ ਤੁਸੀਂ ਇਹ ਚੀਜ਼ ਨਹੀਂ ਲੈ ਕੇ ਚੱਲਣੀ ਕਿ ਇਕੱਲੀ ਬੁੱਕ ਦੇ ਵਿੱਚ ਜਿਹੜੀ ਆਪਾਂ ਚੀਜ਼ ਪੜ੍ਹਦੇ ਉਹ ਰੀਡਿੰਗ ਹੋ ਗਈ, ਨਹੀਂ। ਇਹਦੇ ਵਿੱਚ 2 ਮੀਨਿੰਗ ਦਿੱਤੇ ਹੋਏ ਉਹਨਾਂ ਨੇ, ਵਾਚਨ ਵੀ ਤੇ ਪੜ੍ਹਨ ਵੀ, ਠੀਕ ਹੈ। ਤਾਂ ਪੜ੍ਹਨ ਦਾ ਮਤਲਬ ਵੀ ਰੀਡਿੰਗ ਹੋ ਗਿਆ ਤਾਂ ਵਾਚਨ ਦਾ ਮਤਲਬ ਵੀ ਰੀਡਿੰਗ ਹੋ ਗਿਆ। ਤਾਂ ਇੱਥੇ ਤੁਸੀਂ ਇਹ ਰੀਡਿੰਗ ਉਹ ਵਾਲੀ ਰੀਡਿੰਗ ਨਹੀਂ ਸਮਝ ਲੈਣੀ ਕਿ ਬੁੱਕ ਦੇ ਵਿੱਚ ਇੱਕ ਪੈਰਾ ਦਿੱਤਾ ਤਾਂ ਉਹਨੂੰ ਅਸੀਂ ਰੀਡ ਕਰ ਰਹੇ ਉਹਨੂੰ ਰੀਡਿੰਗ ਕਹਿਤਾ, ਨਹੀਂ। ਹੁਣ ਤੁਹਾਨੂੰ ਇਸ ਚੀਜ਼ ਦਾ ਟੌਪਿਕ ਦਾ ਕਲੀਅਰ ਹੋ ਜਾਣਾ ਚਾਹੀਦਾ ਕਿਉਂਕਿ ਇੱਥੇ ਹੀ ਆ ਕੇ ਕਨਫਿਊਜ਼ਨ ਇਹ ਕ੍ਰੀਏਟ ਹੁੰਦੀ ਆ ਕਿ ਵਾਚਨ ਕੀ ਚੀਜ਼ ਹੈਗੀ ਆ,
ठीक है, पढ़न नाल संबंधित आ, इनू ही रीडिंग किया जाता है। ये की चीज़ हैगी, किसी चीज़ नूं असीं पढ़ के जो चीज़ नॉलेज लैने हैगी आ वो साडी वाचन जां पढ़न होगी। ठीक है, तो असीं कह सकते हैं कि बिना किताबां तो असीं जिहड़ा की आ वाचन नहीं कर सकते। तो ये चीज़ तुहानूं क्लीयर हो गया होगा पॉइंट। नैक्सट हैगा जी समाजिक उपयोगिता की है, अनेक समाजिक कारजां लई, ठीक है, समाज दे विच असीं बहुत सारियां चीज़ां करनियां हुंदियां, उहदे विच वाचन दी लोड़ ते अनुभव हुंदा। ठीक है, जेकर तुसीं एजुकेट आ, ठीक है, जेकर तुसीं किसी चीज़ नूं पढ़ सकदे आ ਤਾਂ उस चीज़ का जेकर तुहानूं एक्सपीरियंस हैगा ਤਾਂ ही तुहानूं जिहड़ा की आ तुसीं वाचन कर सकते हो। तो तुहानूं वाचन की लोड़ पैंदी है समाज दे विच बहुत सारियां चीज़ां करन लई। किहड़ियां? जिवें कि मान लो कि चिट्ठी पत्र लिखना, ठीक है, पैंदा जां संदेश पढ़ने पैंदे आ, तो ये उही परसन कर सकते हैं जिहड़े कि एजुकेट होणगे, जिन्हां नूं पढ़ना लिखना आंदा होगा, जिहड़े चीज़ नूं रीड कर सकते हैं, जिहड़े चीज़ नूं पढ़ सकते हैं। तो इस तरीके नाल असीं कह सकते हैं कि समाजिक उपयोगिता समाज विच रहण लई, समाज दे कोई भी कामकार करन वास्ते भी तुहानूं जिहड़ा की आ वाचन जां पढ़न करनी पैंदी है। ठीक है, नैक्सट पॉइंट हैगा जी मनोरंजन का साधन। तो असीं ये नहीं कह सकते कि कल्ला जिहड़ी रीडिंग स्किल हैगी आ ਇਹ ਪੜ੍ਹਨ ਜਾਂ ਨੌਲੇਜ ਕ੍ਰੀਏਟ ਕਰਨ ਲਈ ਹੈਗੀ ਆ, ਨਹੀਂ, ਇਹ ਇੱਕ ਸਾਡੇ ਮਨੋਰੰਜਨ ਦਾ ਸਾਧਨ ਵੀ ਹੈਗਾ, ਇੰਟਰਟੇਨਮੈਂਟ ਦਾ ਵੀ ਹੈਗਾ। ਕਿਵੇਂ? ਦੇਖੋ, ਵਿਹਲੇ ਸਮੇਂ ਦੇ ਵਿੱਚ ਜਾਂ ਘਰ ਵਿੱਚ ਜਾਂ ਯਾਤਰਾ ਕਰਨ ਸਮੇਂ ਅਸੀਂ ਨਾਵਲ, ਕਵਿਤਾ, ਨਾਟਕ, ਨਿਬੰਧ ਜਾਂ ਜੀਵਨੀ, ਹੈ ਨਾ, ਕਿਸੇ ਦੀ ਜੀਵਨੀ ਜਾਂ ਆਦਿ ਦਾ ਆਨੰਦ ਪ੍ਰਾਪਤ ਕੀਤਾ ਜਾ ਸਕਦਾ ਹੈ। ਕਈ ਜਿਹੜੇ ਇਹੋ ਜਿਹੇ ਪਰਸਨ ਹੁੰਦੇ ਆ ਜਿਹੜਾ ਕਿ ਆਪਣਾ ਫ੍ਰੀ ਟਾਈਮ ਸਪੈਂਡ ਕਰਨ ਲਈ ਵੀ ਬੁੱਕਸ ਵਗੈਰਾ, ਮੈਗਜ਼ੀਨਸ, ਠੀਕ ਹੈ, ਸੋਹਣੀਆਂ ਸੋਹਣੀਆਂ ਸਟੋਰੀਜ਼ ਲਿਖੀਆਂ ਹੁੰਦੀਆਂ, ਬਹੁਤ ਜ਼ਿਆਦਾ ਵਧੀਆ। ਉਹਨਾਂ ਦੀ ਕਈ ਵਾਰ ਹੈਬਿਟ ਵੀ ਹੁੰਦੀ ਆ, ਉਹ ਇਕੱਲੇ ਨੌਲੇਜ ਲਈ ਨਹੀਂ, ਇਕੱਲਾ ਫ੍ਰੀ टाइम स्पेंड करने वास्ते भी बहुत सारे लोग इहो जिहे हैगे आ जिहड़ा की आ नॉलेज लैंदे किसी चीज़ लई, तो वो एक मनोरंजन का साधन समझते हैं। ठीक है, तो तुसीं ये चीज़ नूं विहले समय विच भी कर सकते हो, घर विच भी कर सकते हो, किते तुसीं यात्रा करते हो उदों भी कर सकते हो। तो इहदे विच सब तो ज़्यादा यूज़ की किया जाता है नावल, कविता, नाटक ते निबंध, ठीक है, जां किसी दी जीवनी। नैक्सट पॉइंट हैगा जी चंगे नागरिक बनन विच सहायक। ठीक है, देखो, जेकर तुहानूं टॉपिक वधिया लग रहा तो वीडियो नूं लाइक शेयर जरूर करियो, तो मैनूं कमेंट्स करना ना भुल्लिओ कि तुहानूं वीडियो किवें लगी। तो ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਆ ਕਰੋ। ਨੈਕਸਟ ਜਿਹੜਾ ਆਪਣਾ ਪੁਆਇੰਟ ਹੈਗਾ ਜੀ ਉਹ ਹੈਗਾ ਚੰਗੇ ਨਾਗਰਿਕ ਬਣਨ ਵਿੱਚ ਵੀ ਇਹ ਸਹਾਇਕ ਹੁੰਦੀ ਹੈ। ਕਿਵੇਂ ਚੰਗੇ ਨਾਗਰਿਕ ਬਣਨ ਵਿੱਚ ਸਹਾਇਕ ਹੁੰਦੀ ਹੈ? ਕਿ ਵਾਚਨ ਦੀ ਜਿਹੜੀ ਸ਼ੁੱਧਤਾ ਹੈਗੀ ਆ, ਕਿ ਕਿਸ ਤਰੀਕੇ ਨਾਲ ਅਸੀਂ ਕਿਸੇ ਚੀਜ਼ ਨੂੰ ਬੋਲਦੇ ਆ, ਉਸ ਦੀ ਸਹਾਇਤਾ ਨਾਲ ਸਾਨੂੰ ਵਾਰਤਾਲਾਪ ਕਰਨਾ, ਯਾਨੀ ਕਿ ਕਿਸੇ ਨਾਲ ਗੱਲਬਾਤ ਕਰਨਾ, ਠੀਕ ਹੈ, ਭਾਸ਼ਣ ਕਰਨ ਦਾ ਢੰਗ ਆਉਂਦਾ ਤੇ ਫਲਸਰੂਪ ਅਸੀਂ ਸਮਾਜ, ਦੇਸ਼ ਤੇ ਜਾਤੀ ਦੇ ਯੋਗ ਨਾਗਰਿਕ ਬਣ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਚੰਗਾ ਨਾਗਰਿਕ ਬਣਨ ਵਿੱਚ ਵੀ ਇਹ ਸਾਡੀ ਜਿਹੜੀ ਕੀ ਹੈ ਹੈਲਪ ਕਰਦੀ ਹੈ। ਨੈਕਸਟ ਪੁਆਇੰਟ ਜਿਹੜਾ ਕਿ ਅੱਜ ਦਾ ਲਾਸਟ ਪੁਆਇੰਟ ਹੈਗਾ ਜੀ ਉਹ ਹੈਗਾ ਜੀ ਸ਼ਖਸੀਅਤ ਦਾ ਵਿਕਾਸ। ਠੀਕ ਹੈ, ਪਰਸਨੈਲਿਟੀ ਦੀ ਵੀ ਡਿਵੈਲਪਮੈਂਟ ਕਰਦੀ ਆ। ਵਾਚਨ ਕਿਰਿਆ ਦੇ ਮਾਧਿਅਮ ਦੁਆਰਾ ਮਾਨਵ ਮਨ ਵਿੱਚ ਮੌਜੂਦਾ ਜਗਿਆਸਾ, ਠੀਕ ਹੈ, ਉਹਨੂੰ ਸ਼ਾਂਤ ਕੀਤਾ ਜਾ ਸਕਦਾ ਹੈ, ਜਿਸ ਨਾਲ ਦਿਮਾਗ ਅਤੇ ਸ਼ਖਸੀਅਤ ਦਾ ਜਿਹੜਾ ਕਿ ਵਿਕਾਸ ਵਿੱਚ ਵੀ ਇਹ ਸਹਾਇਤਾ ਮਿਲਦੀ ਹੈ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਪੜ੍ਹਨ ਕਰਦੇ ਹਾਂ, ਠੀਕ ਹੈ, ਜਾਂ ਰੀਡਿੰਗ ਕਰਦੇ ਹਾਂ, ਤਾਂ ਉਦੋਂ ਸਾਡੇ ਜਿਹੜੇ ਕੀ ਆ ਦਿਮਾਗ ਅਤੇ ਸਾਡੀ ਸ਼ਖਸੀਅਤ ਦੀ ਵੀ ਯਾਨੀ ਕਿ ਪਰਸਨੈਲਿਟੀ ਵੀ ਡਿਵੈਲਪਮੈਂਟ ਕਰਨ ਵਿੱਚ ਜਿਹੜੀ ਕਿ ਸਾਨੂੰ ਹੈਲਪ ਮਿਲਦੀ ਹੈ। ਤਾਂ ਇਹ ਕੁਝ ਕੁ ਪੁਆਇੰਟ ਜਿਹੜੇ ਕਿ ਇੰਪੋਰਟੈਂਟ ਸੀਗੇ ਜਿਹੜੇ ਕਿ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।